ਗੁਰੂ ਦੇ ਅਤੁੱਟ ਲੰਗਰਾਂ, ਦੇਸੀ ਗੀਜ਼ਰਾਂ, ਚਾਹ ਦੇ ਦੌਰਾਂ, ਸ਼ੰਭੂ ਬਾਰਡਰ ਤੇ ਪੱਟੇ ਬੈਰੀਕੇਡਾਂ ਦੀਆਂ ਕਹਾਣੀਆਂ ਅਤੇ ਠੰਡੀ ਸੀਤ ਹਵਾ 'ਚ ਤੈਰਦੇ ਸੈਂਟਰ ਨਾਲ ਪੈ ਗਏ ਪੇਚੇ ਬਾਰੇ ਗਰਮਾ-ਗਰਮ ਬੋਲ। ਇਨ੍ਹਾਂ ਠਾਠਾਂ ਮਾਰਦੇ ਜੋਸ਼ੀਲੇ ਸਮਿਆਂ ਵਿੱਚ ਕਾਨੂੰਨ ਸਾਜ਼ੀ ਦੀਆਂ ਪਰਤਾਂ, ਪਾਰਲੀਮੈਂਟਰੀ ਪਰੰਪਰਾਵਾਂ ਅਤੇ ਸਦਨ ਦੀਆਂ ਸਿਲੈਕਟ ਕਮੇਟੀਆਂ ਬਾਰੇ ਪੜ੍ਹਨ ਸੁਣਨ ਲਈ ਹਾਲੇ ਸ਼ਾਇਦ ਮਾਹੌਲ ਬਹੁਤਾ ਮੁਨਾਸਬ ਨਾ ਭਾਸਦਾ ਹੋਵੇ, ਪਰ ਇਹ ਤੋਂ ਜ਼ਰੂਰੀ ਹੋਰ ਗੱਲ ਹੀ ਕੋਈ ਨਹੀਂ। ਜੇ ਰੱਬ ਨੇ ਸੁਮਤ ਬਖਸ਼ੀ ਜਾਂ ਭਗਵੀ ਅਕਲ ਨੂੰ ਕੋਈ ਇਲਾਹੀ ਇਲਹਾਮ ਹੋਇਆ ਅਤੇ ਸਰਕਾਰ ਨੇ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕਰ ਦਿੱਤਾ, ਤਾਂ ਸੰਗਤਾਂ, ਟਰੈਕਟਰ ਟਰਾਲੀਆਂ ਅਤੇ ਲੋਕ ਘੋਲੀਆਂ ਜਿੱਤ ਦਾ ਐਲਾਨ ਕਰ ਵਾਪਸ ਚਾਲੇ ਪਾ ਦੇਣੇ ਹਨ। ਜੇ ਕੁਝ ਹਫ਼ਤਿਆਂ ਜਾਂ ਮਹੀਨਿਆਂ ਬਾਅਦ ਫਿਰ ਕੋਈ ਲੋਕ ਵਿਰੋਧੀ ਕਾਨੂੰਨ ਬਣਾ ਧਰਿਆ, ਤਾਂ ਕੀ ਅਸੀਂ ਦੁਬਾਰਾ ਸਿੰਘੂ ਟੀਕਰੀ ਬਾਰਡਰ ਤੇ ਆਣ ਬੈਠਾਂਗੇ? ਸਮੱਸਿਆ ਦੀ ਜੜ ਅਸਲ ਵਿੱਚ ਮਾੜੀ ਕਾਨੂੰਨ ਸਾਜ਼ੀ ਹੈ। ਸਰਕਾਰ ਕਾਨੂੰਨ ਬਣਾ, ਉਸ ਨੂੰ ਧੱਕੇ ਨਾਲ ਪਾਸ ਕਰਵਾ, ਹੁਣ ਉਹਦਾ ਦਿਫਾ ਕਰ ਰਹੀ ਹੈ। ਬੇਸ਼ੁਮਾਰ ਇਸ਼ਤਿਹਾਰ ਸ਼ਾਇਆ ਕਰਕੇ ਕਾਨੂੰਨਾਂ ਦੇ ਫਾਇਦੇ ਦਰਸਾ ਰਹੀ ਹੈ। ਆਮ ਲੋਕਾਂ ਨੂੰ ਲੱਗਦਾ ਹੈ ਕਿ ਸਰਕਾਰ ਕਾਨੂੰਨ ਦਾ ਮਸੌਦਾ ਪਾਰਲੀਮੈਂਟ ਵਿੱਚ ਰੱਖਦੀ ਹੈ, ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਉਸ ਉੱਤੇ ਬਹਿਸ ਕਰਦੇ ਹਨ, ਤਰੁੱਟੀਆਂ ਦੂਰ ਕੀਤੀਆਂ ਜਾਂਦੀਆਂ ਹਨ ਅਤੇ ਫਿਰ ਵੋਟਾਂ ਪਾ ਕੇ ਕਾਨੂੰਨ ਪਾਸ ਹੋ ਜਾਂਦਾ ਹੈ। ਬਿਲਕੁਲ ਠੀਕ, ਪਰ ਇਹ ਇੱਕ ਤਰੀਕਾ ਹੈ। ਪਰ ਪਾਰਲੀਮੈਂਟ ਵਿੱਚ ਹਰ ਕਾਨੂੰਨ ਦੀ ਹਰ ਮੱਦ, ਉਹਦੇ ਨੇੜ ਅਤੇ ਦੂਰ ਭਵਿੱਖੀ ਨਤੀਜਿਆਂ ਉੱਤੇ ਘੰਟਿਆਂ ਬੱਧੀ ਲੰਬੀਆਂ ਬਹਿਸਾਂ ਨਹੀਂ ਹੋ ਸਕਦੀਆਂ। ਪਾਰਲੀਮੈਂਟ ਦਾ ਇਜਲਾਸ ਤਾਂ ਸਾਲ ਵਿੱਚ ਸਿਰਫ 70 ਤੋਂ 80 ਦਿਨ ਤੱਕ ਚੱਲਦਾ ਹੈ। ਬਿੱਲਾਂ ਉੱਤੇ ਅਕਸਰ ਹਫ਼ਤਿਆਂ ਜਾਂ ਮਹੀਨਿਆਂ ਬੱਧੀ ਨਿੱਠ ਕੇ ਵਿਚਾਰ ਚਰਚਾ ਜ਼ਰੂਰੀ ਹੁੰਦੀ ਹੈ। ਇਸ ਲਈ ਪਾਰਲੀਮੈਂਟ ਨੇ ਵੱਖ-ਵੱਖ ਤਰ੍ਹਾਂ ਦੀਆਂ ਕਮੇਟੀਆਂ ਬਣਾਈਆਂ ਹੋਈਆਂ ਹਨ। ਜਿਹੜੀ ਪਾਰਲੀਮੈਂਟ ਤੁਸੀਂ ਟੀਵੀ ਉੱਤੇ ਦੇਖਦੇ ਹੋ, ਜਿੱਥੇ ਤੁਹਾਡਾ MP ਗਲਾ ਫਾੜ-ਫਾੜ ਕੇ ਤੁਹਾਡੀ ਨੁਮਾਇੰਦਗੀ ਕਰਦਾ ਹੈ, ਉਹ ਦਰਅਸਲ ਇਸੇ ਕੰਮ ਲਈ ਹੈ, ਟੀਵੀ ਉੱਤੇ ਤੁਹਾਨੂੰ ਦਿਸਣ ਲਈ। ਜਿਹੜੀ ਪਾਰਲੀਮੈਂਟ ਸੱਚਮੁੱਚ ਕੰਮ ਕਰਦੀ ਹੈ, ਉਹ ਕਮੇਟੀਆਂ ਦੇ ਰਾਹੀਂ ਬੰਦ ਕਮਰਿਆਂ ਵਿੱਚ ਕੰਮ ਕਰਦੀ ਹੈ। ਇਸ ਲਈ ਕਮੇਟੀਆਂ ਨੂੰ ਜਾਣਨਾ ਜ਼ਰੂਰੀ ਹੈ। ਪਾਰਲੀਮੈਂਟ ਦੀਆਂ ਵਿਭਾਗਾਂ ਨਾਲ ਸੰਬੰਧਿਤ 24 ਸਟੈਂਡਿੰਗ ਕਮੇਟੀਆਂ ਹਨ। ਹਰ ਕਮੇਟੀ ਵਿੱਚ ਲੋਕ ਸਭਾ ਦੇ 21 ਅਤੇ ਰਾਜ ਸਭਾ ਦੇ 10 ਮੈਂਬਰ ਹੁੰਦੇ ਹਨ। ਮੰਤਰੀ ਇਸ ਦੇ ਮੈਂਬਰ ਨਹੀਂ ਹੋ ਸਕਦੇ। ਵਿੱਤ, ਰੱਖਿਆ ਅਤੇ ਗ੍ਰਹਿ ਮੰਤਰਾਲੇ ਨਾਲ ਸੰਬੰਧਿਤ ਮਹੱਤਵਪੂਰਨ ਕਮੇਟੀਆਂ ਦੇ ਮੁਖੀ ਆਮ ਤੌਰ ਉੱਤੇ ਵਿਰੋਧੀ ਪਾਰਟੀਆਂ ਨਾਲ ਸੰਬੰਧਿਤ MP ਹੁੰਦੇ ਹਨ। ਹਰ ਸਾਲ ਸਟੈਂਡਿੰਗ ਕਮੇਟੀ ਦੇ ਮੈਂਬਰ ਨਵੇਂ ਸਿਰਿਓਂ ਚੁਣੇ ਜਾਂਦੇ ਹਨ। ਕਈ ਵਾਰੀ ਕਿਸੇ ਵੱਡੇ ਵਿਸ਼ੇ ਜਾਂ ਕਾਨੂੰਨ ਦੇ ਮੁਤਾਲਿਆ ਲਈ ਦੋਹਾਂ ਸਦਨਾਂ ਦੇ ਮੈਂਬਰਾਂ ਦੀ ਜੁਆਇੰਟ ਪਾਰਲੀਮੈਂਟਰੀ ਕਮੇਟੀ ਬਣਾਈ ਜਾਂਦੀ ਹੈ। ਇਸ ਨੂੰ JPC ਕਹਿੰਦੇ ਹਨ। ਇਸ ਤੋਂ ਬਿਨਾਂ ਕਿਸੇ ਖਾਸ ਕਾਨੂੰਨ ਦੇ ਵਿਸ਼ਲੇਸ਼ਣ ਲਈ ਲੋਕ ਸਭਾ ਜਾਂ ਰਾਜ ਸਭਾ ਵੱਖ-ਵੱਖ ਰਾਜਸੀ ਪਾਰਟੀਆਂ ਦੇ ਮੈਂਬਰਾਂ ਦੀ ਸਿਲੈਕਟ ਕਮੇਟੀ ਬਣਾਉਂਦੇ ਹਨ। ਜੇ ਲੋਕ ਸਭਾ ਕੋਈ ਬਿੱਲ ਪਾਸ ਵੀ ਕਰ ਦੇਵੇ, ਤਾਂ ਵੀ ਰਾਜ ਸਭਾ ਉਸ ਨੂੰ ਹੋਰ ਨਿੱਠ ਕੇ ਵਾਚਣ ਲਈ ਇੱਕ ਸਿਲੈਕਟ ਕਮੇਟੀ ਬਣਾ ਕੇ ਉਸ ਨੂੰ ਬਿੱਲ ਭੇਜ ਸਕਦੀ ਹੈ। ਇੱਕ ਵਾਰੀ ਸਿਲੈਕਟ ਕਮੇਟੀ ਬਣ ਜਾਵੇ ਤਾਂ ਬੰਦ ਕਮਰਿਆਂ ਪਿੱਛੇ ਇਹ ਬਿੱਲਾਂ ਉੱਤੇ ਖੁੱਲ੍ਹ ਕੇ ਬਹਿਸ ਕਰਦੀ ਹੈ। ਇਕੱਲੀ ਮੱਦ ਨੂੰ ਘੋਖਿਆ ਜਾਂਦਾ ਹੈ। ਇੱਕ ਵਾਰੀ ਬਿੱਲ ਕਿਸੇ ਪਾਰਲੀਮੈਂਟਰੀ ਕਮੇਟੀ ਕੋਲ ਚਲਾ ਜਾਵੇ, ਚਾਹੇ ਉਹ ਸਟੈਂਡਿੰਗ ਕਮੇਟੀ ਹੋਵੇ ਚਾਹੇ ਸਿਲੈਕਟ ਕਮੇਟੀ ਹੋਵੇ, ਤਾਂ ਕਾਨੂੰਨ ਸਾਜ਼ੀ ਉੱਥੇ ਹੀ ਰੁਕ ਜਾਂਦੀ ਹੈ। ਪੌਜ਼ ਦਾ ਬਟਨ ਦੱਬਿਆ ਰਹਿੰਦਾ ਹੈ ਜਦੋਂ ਤੱਕ ਕਮੇਟੀ ਦੀ ਰਿਪੋਰਟ ਨਾ ਆ ਜਾਵੇ। ਪਾਰਲੀਮੈਂਟਰੀ ਕਮੇਟੀ ਆਪਣੀ ਰਿਪੋਰਟ ਵਿੱਚ ਬਿੱਲ ਦੀਆਂ ਤਰੁੱਟੀਆਂ ਦੱਸ ਸਕਦੀ ਹੈ, ਬਦਲਵਾਂ ਬਿੱਲ ਵੀ ਪੇਸ਼ ਕਰ ਸਕਦੀ ਹੈ। ਸਰਕਾਰ ਚਾਹੇ ਤਾਂ ਕਮੇਟੀ ਦੀਆਂ ਕੋਈ ਵੀ ਜਾਂ ਸਾਰੀਆਂ ਸਿਫਾਰਸ਼ਾਂ ਮੰਨ ਸਕਦੀ ਹੈ ਜਾਂ ਸਾਰੀਆਂ ਰੱਦ ਵੀ ਕਰ ਸਕਦੀ ਹੈ। ਪਰ ਇੱਕ ਸਵਾਲ ਹੈ, ਜੇ ਪਾਰਲੀਮੈਂਟ ਹੀ ਕੁੱਲ ਜਹਾਨ ਸਾਹਮਣੇ ਬਹਿਸ ਕਰਕੇ ਬਿੱਲ ਪਾਸ ਕਰ ਸਕਦੀ ਹੈ, ਤਾਂ ਕਮੇਟੀਆਂ ਦੀ ਲੋੜ ਹੀ ਕੀ? ਇਸ ਲਈ ਕਿਉਂ ਜੋ ਟੀਵੀ ਦੇ ਕੈਮਰਿਆਂ ਅਤੇ ਹਰ ਵਾਕ ਦੀ ਸੁਰਖੀ ਬਣ ਵਾਇਰਲ ਹੋ ਜਾਣ ਦੀ ਸੰਭਾਵਨਾ ਵਾਲੇ ਸਮਿਆਂ ਵਿੱਚ ਕਿਸੇ ਬਿੱਲ ਅਤੇ ਉਸ ਦੀ ਹਰ ਮੱਦ ਬਾਰੇ ਬਹਿਸ, ਬਰੀਕ ਬਹਿਸ, ਬੰਦ ਕਮਰਿਆਂ ਵਿੱਚ ਹੀ ਸੰਭਵ ਹੈ। ਸਾਡੀ ਪਾਰਲੀਮੈਂਟ ਵਿੱਚ ਬਹਿਸ ਰਾਜਨੀਤਿਕ ਧਰਾਤਲ ਤੱਕ ਮਹਿਦੂਦ ਹੁੰਦੀ ਹੈ। ਕਮੇਟੀ ਵਿੱਚ ਰਾਜਸੀ ਵਿਰੋਧੀ ਇੱਕ ਦੂਜੇ ਨੂੰ ਆਪਣੀ ਗੱਲ ਸਮਝਾ ਸਕਦੇ ਹਨ, ਮਨਵਾ ਸਕਦੇ ਹਨ।
ਕੌਣ ਅੜ ਗਿਆ, ਕੌਣ ਝੁਕਿਆ, ਇਹ ਸਭ ਸੁਰਖੀਆਂ ਨਹੀਂ ਬਣਦੀਆਂ। ਕਮੇਟੀ ਕਿਸੇ ਵੀ ਮਾਹਿਰ ਨੂੰ ਸਲਾਹ ਜਾਂ ਸਮਝ ਇਜ਼ਾਫੀ ਲਈ ਸੱਦ ਸਕਦੀ ਹੈ। ਵੱਡੇ ਤੋਂ ਵੱਡੇ ਅਫਸਰ ਉਹਦੇ ਅੱਗੇ ਪੇਸ਼ ਹੁੰਦੇ ਹਨ। ਇੰਜ ਕਮੀਆਂ ਪੇਸ਼ੀਆਂ ਦੂਰ ਹੁੰਦੀਆਂ ਹਨ, ਬਿਹਤਰ ਕਾਨੂੰਨ ਸਾਜ਼ੀ ਲਈ ਪੜੂਲ ਬਣਦਾ ਹੈ। ਪਰ ਕਿਹੜਾ ਕਾਨੂੰਨ ਕਿਸੇ ਸਿਲੈਕਟ ਕਮੇਟੀ ਜਾਂ ਕਿਸੇ ਹੋਰ ਕਮੇਟੀ ਨੂੰ ਭੇਜਿਆ ਜਾਵੇ, ਇਸ ਬਾਰੇ ਸਰਕਾਰ ਉੱਤੇ ਕੋਈ ਬੰਦਸ਼ ਨਹੀਂ। ਸਰਕਾਰ ਚਾਹੇ ਤਾਂ ਸਿਲੈਕਟ ਕਮੇਟੀ ਨੂੰ ਭੇਜ ਦੇਵੇ, ਚਾਹੇ ਤਾਂ ਨਾ ਭੇਜੇ। ਦਹਾਕਿਆਂ ਤੋਂ ਕਾਨੂੰਨ ਸਾਜ਼ੀ ਵਿੱਚ ਬਿਹਤਰੀ ਲਿਆਉਣ ਲਈ ਚਾਰਾਜੋਹੀ ਕਰ ਰਹੇ ਮਾਹਿਰ ਚਿਰਾਂ ਤੋਂ ਕਹਿ ਰਹੇ ਹਨ ਕਿ ਹਰ ਪ੍ਰਸਤਾਵਿਤ ਕਾਨੂੰਨ ਨੂੰ ਕਿਸੇ ਪਾਰਲੀਮੈਂਟਰੀ ਕਮੇਟੀ ਦੀ ਘੋਖ ਚੋਂ ਲੰਘਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਕਿਆਦਤ ਵਾਲੀ 14ਵੀਂ ਅਤੇ 15ਵੀਂ ਲੋਕ ਸਭਾ ਨੇ ਕ੍ਰਮਵਾਰ 60% ਅਤੇ 71% ਬਿੱਲ ਸਿਲੈਕਟ ਕਮੇਟੀਆਂ ਨੂੰ ਭੇਜੇ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੇਠ 16ਵੀਂ ਲੋਕ ਸਭਾ ਨੇ 25% ਬਿੱਲ ਹੀ ਇਹਨਾਂ ਕਮੇਟੀਆਂ ਦੇ ਹਵਾਲੇ ਕੀਤੇ ਸਨ ਤੇ ਮੌਜੂਦਾ ਲੋਕ ਸਭਾ ਵਿੱਚ ਇੱਥੇ ਤਾਂ ਇਹ ਗਿਣਤੀ ਹੁਣ ਹੋਰ ਵੀ ਘੱਟ ਹੈ। ਹਰ ਪ੍ਰਸਤਾਵਿਤ ਕਾਨੂੰਨ ਸਾਡੇ ਮੁਆਸ਼ਰੇ, ਨਾਗਰਿਕਾਂ ਅਤੇ ਆਰਥਿਕਤਾ ਤੇ ਕੀ ਪ੍ਰਭਾਵ ਪਾਵੇਗਾ, ਇਸ ਬਾਰੇ ਇੰਪੈਕਟ ਅਸੈਸਮੈਂਟ ਰਿਪੋਰਟ ਲਾਜ਼ਮ ਹੋਣੀ ਚਾਹੀਦੀ ਹੈ। ਪਾਰਲੀਮੈਂਟਰੀ ਰਿਫਾਰਮਸ ਦੇ ਸਾਰੇ ਮੁਰੀਦ ਇਹ ਗੱਲ ਮੰਨਦੇ ਹਨ। ਜਦੋਂ ਸਰਕਾਰ ਚਟਕਾਰੇ ਲੈ ਕੇ ਦੱਸਦੀ ਹੈ ਕਿ ਹੁਣ ਘੱਟ ਦਿਨਾਂ ਵਿੱਚ ਤੇ ਘੱਟ ਬਹਿਸ ਨਾਲ ਬਹੁਤੇ ਬਿੱਲ ਪਾਸ ਕੀਤੇ ਜਾ ਰਹੇ ਹਨ, ਇਹਨੂੰ ਆਪਣੀ ਐਫੀਸ਼ੀਐਂਸੀ ਦੱਸਦੀ ਹੈ, ਤਾਂ ਚਾਨਣ ਹੋ ਜਾਣਾ ਚਾਹੀਦਾ ਹੈ ਕਿ ਨਾਗਰਿਕਾਂ ਦੀ ਅੱਖੀਂ ਘੱਟਾ ਪਾ ਕੇ ਅੰਨ੍ਹੇਵਾਹ ਰਿਕਾਰਡ ਤੋੜ ਕਾਨੂੰਨ ਸਾਜ਼ੀ ਅਸਲ ਵਿੱਚ ਕਿਸੇ ਨਾ ਕਿਸੇ ਵਿਅਕਤੀ ਜਾਂ ਕਾਰਪੋਰੇਟ ਵਿਸ਼ੇਸ਼ ਨੂੰ ਫਾਇਦਾ ਦੇਣ ਹਿੱਤ ਹੀ ਹੁੰਦੀ ਹੈ। ਜਿਵੇਂ ਬਿਨਾਂ ਬਹਿਸ ਤੇ ਬਿਨਾਂ ਵੋਟ ਗਿਣਿਆ ਖੇਤੀ ਬਿੱਲ ਪਾਸ ਕੀਤੇ ਗਏ, ਉਹ ਲੋਕਤੰਤਰ ਦੀ ਹੱਦ ਤੱਕ ਤੁਲ ਵਰਤਾਰਾ ਸੀ। ਪਾਰਲੀਮੈਂਟ ਦੇ ਸਦਨ ਵਿੱਚ, ਰਾਜ ਸਭਾ ਵਿੱਚ ਜਿਸ ਦਿਨ ਬਿੱਲ ਪਾਸ ਹੋਏ, ਉਸ ਦਿਨ ਦੀਆਂ ਅਖਬਾਰਾਂ ਪੜ੍ਹ ਕੇ ਨਜ਼ਾਰੇ ਦੇਖੋ। ਡੈਰੇਕ ਓਬਰਾਇਨ ਕਿਵੇਂ ਚੀਖ ਚੀਖ ਕੇ ਕਹਿ ਰਿਹਾ ਸੀ ਕਿ ਇਸ ਨੂੰ ਸਿਲੈਕਟ ਕਮੇਟੀ ਕੋਲ ਭੇਜ ਦਿਓ। ਕਿਵੇਂ ਰਾਜ ਸਭਾ ਦੇ ਐਮਪੀ ਆਪਣੀਆਂ ਸੀਟਾਂ ਤੇ ਬੈਠ ਮੰਗ ਕਰ ਰਹੇ ਸਨ ਕਿ ਵੋਟਾਂ ਪਵਾਈਆਂ ਜਾਣ, ਪਰ ਸਪੀਕਰ ਸਾਹਿਬ ਨੇ, ਚੇਅਰਮੈਨ ਸਾਹਿਬ ਨੇ ਵੋਟਾਂ ਨਹੀਂ ਪਵਾਈਆਂ, ਡਿਵੀਜ਼ਨ ਨਹੀਂ ਕਰਵਾਈ। ਕਾਨੂੰਨ ਇਹ ਹੈ ਕਿ ਜੇ ਇੱਕ ਵੀ ਮੈਂਬਰ ਡਿਵੀਜ਼ਨ ਮੰਗੇ ਤਾਂ ਡਿਵੀਜ਼ਨ ਕਰਵਾਣੀ ਹੋਵੇਗੀ। ਇਸ ਵਿੱਚ ਡਿਸਕ੍ਰਿਸ਼ਨ ਨਹੀਂ ਹੈ। ਚੇਅਰਮੈਨ ਦੀ, ਸਦਨ ਦੇ ਨੇਤਾ ਦੀ ਆਪਣੀ ਕੋਈ ਮਰਜ਼ੀ ਨਹੀਂ ਹੈ। ਅੱਛਾ, ਅਜੇ ਤਾਂ ਵੋਟਾਂ ਗਿਣ ਕੇ ਕਾਨੂੰਨ ਪਾਸ ਹੁੰਦੇ ਹਨ, ਪਰ ਇਹ ਰਿਕਾਰਡ ਨਹੀਂ ਰੱਖਿਆ ਜਾਂਦਾ ਕਿ ਕਿਸ ਨੇ ਕਿਸ ਪਾਸੇ ਵੋਟ ਪਾਈ। ਤਮਾਮ ਅੰਦੋਲਨਾਂ ਨੂੰ ਛਿੱਕੇ ਟੰਗ ਜਦੋਂ ਵੱਡੇ ਡੈਮ ਬਣਦੇ ਹਨ ਤਾਂ ਕਿੰਨੇ ਪਿੰਡ, ਸ਼ਹਿਰ, ਸਭਿਅਤਾਵਾਂ ਡੁੱਬ ਜਾਂਦੀਆਂ ਹਨ। ਪਰ ਪਿਛਲੇ ਸਾਲ ਲੋਕ ਸਭਾ 'ਚ ਪਾਸ ਹੋਏ ਡੈਮ ਸੁਰੱਖਿਆ ਬਿੱਲ, ਡੈਮ ਸੇਫਟੀ ਬਿੱਲ ਤੇ ਤੁਹਾਡੇ ਐਮਪੀ ਨੇ ਕਿਸ ਪਾਸੇ ਵੋਟ ਪਾਈ ਹੈ, ਕੋਈ ਲੱਭ ਹੀ ਨਹੀਂ ਸਕਦਾ। ਹੁਣ ਤੁਸੀਂ ਉਸ ਨੂੰ ਕਿਸ ਆਧਾਰ ਤੇ ਵੋਟ ਪਾਓਗੇ? ਤੇ ਮੈਨੂੰ ਤੇ ਸ਼ੱਕ ਹੈ ਕਿ ਐਮਪੀ ਸਾਹਿਬ ਨੂੰ ਵੀ ਪਤਾ ਨਹੀਂ ਯਾਦ ਹੋਵੇਗਾ ਕਿ ਨਹੀਂ ਹੋਵੇਗਾ ਕਿ ਉਹਨਾਂ ਨੇ ਵੋਟ ਕਿਸ ਪਾਸੇ ਪਾਈ ਸੀ। ਮੁਲਕ ਅਤੇ ਨਾਗਰਿਕਾਂ ਨੂੰ ਮੌਲਿਕ ਰੂਪ ਵਿੱਚ ਪ੍ਰਭਾਵਿਤ ਕਰਦੇ ਕਾਨੂੰਨ ਬਿਨਾਂ ਕਿਸੇ ਡੂੰਘੀ ਵਿਚਾਰ ਚਰਚਾ ਤੋਂ ਪਾਸ ਕੀਤੇ ਜਾ ਰਹੇ ਹਨ। ਇਹ ਐਗਜ਼ਾਮਪਲ ਲਓ। ਆਰਥਿਕ ਤੌਰ ਤੇ ਪਿਛੜਿਆਂ ਲਈ ਸਿੱਖਿਆ ਅਤੇ ਰੁਜ਼ਗਾਰ ਵਿੱਚ 10% ਰਾਖਵਾਂਕਰਨ ਲਾਜ਼ਮ ਕਰਦਾ ਸੰਵਿਧਾਨ ਦੀ 124ਵੀਂ ਸੋਧ ਵਾਲਾ ਕਾਨੂੰਨ 8 ਜਨਵਰੀ 2019 ਨੂੰ ਲੋਕ ਸਭਾ ਨੇ ਪਾਸ ਕੀਤਾ। ਅਗਲੇ ਦਿਨ 9 ਜਨਵਰੀ ਨੂੰ ਰਾਜ ਸਭਾ ਨੇ ਪਾਸ ਕਰ ਦਿੱਤਾ। 12 ਜਨਵਰੀ ਨੂੰ ਰਾਸ਼ਟਰਪਤੀ ਜੀ ਨੇ ਉਹਦੇ ਤੇ ਘੁੱਗੀ ਮਾਰ ਦਿੱਤੀ। ਨਾ ਇਹ ਤੋਂ ਪਹਿਲਾਂ ਬਿੱਲ ਦਾ ਖਰੜਾ ਕਿਤੇ ਛਪਿਆ, ਨਾ ਕਿਸੇ ਇੱਕ ਵੀ ਖੋਜਾਰਥੀ ਨੇ ਪੜ੍ਹਿਆ, ਨਾ ਜਨਤਕ ਪਿੜ ਵਿੱਚ ਕੋਈ ਬਹਿਸ ਹੋਈ, ਨਾ ਸੰਸਦ ਦੀ ਕਿਸੇ ਕਮੇਟੀ ਨੂੰ ਭੇਜਿਆ ਗਿਆ। 4 ਦਿਨਾਂ ਵਿੱਚ ਮੁਲਕ ਦਾ ਸੰਵਿਧਾਨ 56 ਇੰਚੀ ਸੀਨੇ ਨਾਲ ਬਦਲਣਾ ਚਾਹੀਦਾ ਹੈ ਕਿ ਅਸਾਂ ਕਾਨੂੰਨ ਸਾਜ਼ੀ ਦਾ ਕੋਈ ਲੋਕਤੰਤਰਿਕ ਤਰੀਕਾ ਵੀ ਲੱਭਣਾ ਹੈ। ਸੁਚਾਰੂ ਰੂਪ ਨਾਲ ਚੱਲਦੇ ਲੋਕਤੰਤਰੀ ਦੇਸ਼ਾਂ ਵਿੱਚ ਸਿਆਸਤਦਾਨ ਜਦੋਂ ਤੁਹਾਡੇ ਕੋਲੋਂ ਵੋਟ ਮੰਗਣ ਆਉਂਦਾ ਹੈ ਤਾਂ ਆਪਣਾ ਵੋਟਿੰਗ ਰਿਕਾਰਡ ਨਾਲ ਲੈ ਕੇ ਆਉਂਦਾ ਹੈ। ਦੇਖੋ, ਮੈਂ ਫਲਾਣੇ ਕਾਨੂੰਨ ਦੀ ਫਲਾਣੀ ਮੱਦ ਉੱਤੇ ਇਸ ਪਾਸੇ ਵੋਟ ਪਾਈ ਅਤੇ ਇਸ ਲਈ ਪਾਈ, ਪਰ ਦੂਜੀ ਮੱਦ ਉੱਤੇ ਮੈਂ ਦੂਜੇ ਪਾਸੇ ਵੋਟ ਪਾਈ
ਤੇ ਮੇਰਾ ਕਾਰਨ ਇਹ ਸੀ। ਅਕਤੂਬਰ 2002 ਵਿੱਚ ਜੋ ਬਾਈਡਨ ਉਹਨਾਂ 77 ਸੈਨੇਟਰਾਂ ਵਿੱਚ ਸ਼ਾਮਲ ਸੀ ਜਿਨ੍ਹਾਂ ਨੇ ਵੋਟ ਪਾ ਕੇ ਰਾਸ਼ਟਰਪਤੀ ਜਾਰਜ ਬੁਸ਼ ਨੂੰ ਅਧਿਕਾਰ ਦਿੱਤਾ ਸੀ ਕਿ ਉਹ ਸਦਾਮ ਹੁਸੈਨ ਦੇ ਇਰਾਕ ਉੱਤੇ ਐਲਾਨੇ ਜੰਗ ਕਰ ਦੇਵੇ। ਹੁਣ ਜੋ ਬਾਈਡਨ ਦੀ ਵੋਟ ਦਾ ਰਿਕਾਰਡ ਹੈ। ਪਿਛਲੇ 18 ਸਾਲਾਂ ਤੋਂ ਬਾਈਡਨ ਨੂੰ ਇਹਦੇ ਬਾਰੇ ਵਜ਼ਾਹਤ ਦੇਣੀ ਪੈ ਰਹੀ ਹੈ, ਤਨਕੀਦ ਝੱਲਣੀ ਪੈ ਰਹੀ ਹੈ। ਤਨਕੀਦ ਤਾਂ ਕਰੋਗੇ ਨਾ ਜੇ ਤੁਹਾਡੇ ਕੋਲ ਰਿਕਾਰਡ ਹੋਵੇ ਕਿ ਤੁਹਾਡੇ ਐਮਪੀ ਨੇ ਨਰਮਦਾ ਦਾ ਡੈਮ ਬਣਨ ਵੇਲੇ ਵੋਟ ਕਿਸ ਪਾਸੇ ਪਾਈ ਸੀ। ਇਹ ਰਿਕਾਰਡ ਤਾਂ ਪਾਰਲੀਮੈਂਟ ਵੀ ਨਹੀਂ ਰੱਖਦੀ। ਸਾਡੇ ਇੱਥੇ ਤੁਹਾਡੇ ਐਮਪੀ ਨੇ ਕਿਹੜੇ ਬਿੱਲ ਉੱਤੇ, ਬਿੱਲ ਦੀ ਕਿਹੜੀ ਮੱਦ ਉੱਤੇ ਕਿਹੜੇ ਪਾਸੇ ਵੋਟ ਪਾਈ, ਉਸ ਦਾ ਕੋਈ ਰਿਕਾਰਡ ਹੀ ਨਹੀਂ ਰੱਖਿਆ ਜਾਂਦਾ। ਪਿਛਲੇ ਸਾਲ ਸਿਰਫ ਜੁਲਾਈ ਦੇ ਮਹੀਨੇ ਹੀ ਪਾਰਲੀਮੈਂਟ ਨੇ ਕੁਝ ਅਤ ਮਹੱਤਵਪੂਰਨ ਕਾਨੂੰਨ ਪਾਸ ਕੀਤੇ। 8 ਜੁਲਾਈ ਨੂੰ ਅਮਿਤ ਸ਼ਾਹ ਦਾ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਅਮੈਂਡਮੈਂਟ ਬਿੱਲ 2019 ਲੈ ਕੇ ਆਏ, ਜਿਸ ਰਾਹੀਂ 2008 ਵਾਲਾ ਕਾਨੂੰਨ ਬਦਲ ਕੇ ਇਸ ਅਦਾਰੇ ਨੂੰ ਉਹਨਾਂ ਜੁਰਮਾਂ ਵਿੱਚ ਜਾਂਚ ਦਾ ਅਧਿਕਾਰ ਦੇ ਦਿੱਤਾ ਗਿਆ ਜਿਹੜੇ ਪਹਿਲਾਂ ਸੂਬਿਆਂ ਦੇ ਅਧਿਕਾਰ ਖੇਤਰ ਵਿੱਚ ਸਨ। ਇਹਨਾਂ ਬਾਰੇ ਕਾਨੂੰਨੀ ਚਾਰਾਜੋਈ ਲਈ ਵਿਸ਼ੇਸ਼ ਅਦਾਲਤਾਂ ਦਾ ਵੀ ਇਸੇ ਕਾਨੂੰਨ ਵਿੱਚ ਬੰਦੋਬਸਤ ਕਰ ਦਿੱਤਾ ਗਿਆ। ਫੈਡਰਲਿਜ਼ਮ ਗਿਆ ਢੱਠੇ ਖੂਹ ਵਿੱਚ। ਇਸੇ ਤਰ੍ਹਾਂ ਮੁਲਾਜ਼ਮਾਂ ਨੂੰ ਸਿੱਧੇ ਤੌਰ ਤੇ ਪ੍ਰਭਾਵਿਤ ਕਰਦਾ ਦਾ ਕੋਡ ਔਨ ਵੇਜਿਸ 2019 ਵਾਲਾ ਬਿੱਲ 23 ਜੁਲਾਈ ਨੂੰ ਪਾਸ ਹੋਇਆ ਸੀ। ਇਸ ਬਿੱਲ ਵਿੱਚ ਸਰਮਾਏਦਾਰਾਂ ਨੂੰ ਫਾਇਦਾ ਦੇਣ ਲਈ 4 ਐਗਜ਼ਿਸਟਿੰਗ ਕਾਨੂੰਨ ਦਾ ਪੇਮੈਂਟ ਆਫ ਵੇਜਿਸ ਐਕਟ 1936, ਦਾ ਮਿਨੀਮਮ ਵੇਜਿਸ ਐਕਟ 1948, ਦਾ ਪੇਮੈਂਟ ਆਫ ਬੋਨਸ ਐਕਟ 1965 ਅਤੇ ਦਾ ਇਕੁਅਲ ਰਿਮਿਨਰੇਸ਼ਨ ਐਕਟ 1976 ਇਸੇ ਨਵੇਂ ਕਾਨੂੰਨ ਵਿੱਚ ਜਜ਼ਬ ਕਰ ਦਿੱਤੇ ਗਏ। ਇਵੇਂ ਹੀ ਦਾ ਇੰਸੋਲਵੈਂਸੀ ਐਂਡ ਬੈਂਕਰਪਸੀ ਕੋਡ ਅਮੈਂਡਮੈਂਟ ਬਿੱਲ 2019 ਵੀ 24 ਜੁਲਾਈ 2019 ਨੂੰ ਪਾਸ ਹੋਇਆ। ਹੁਣ ਇਹਨਾਂ ਸਾਰੇ ਬਿੱਲਾਂ ਉੱਤੇ ਉਹਨਾਂ ਦੀ ਹਰ ਮੱਦ ਉੱਤੇ ਤੁਹਾਡੇ ਚੁਣੇ ਹੋਏ ਲੋਕ ਸਭਾ ਜਾਂ ਰਾਜ ਸਭਾ ਦੇ ਨੁਮਾਇੰਦੇ ਨੇ ਕਿਹੜੇ ਪਾਸੇ ਵੋਟ ਪਾਈ। ਤੁਸਾਂ ਘੋਖਣਾ ਹੋਵੇ ਤਾਂ ਕਿੱਥੋਂ ਜਾਣੋਗੇ? ਸਾਡੀ ਸੰਸਦੀ ਪ੍ਰਣਾਲੀ ਵਿੱਚ ਹੀ ਹਰ ਐਮਪੀ ਦਾ ਵੋਟਿੰਗ ਰਿਕਾਰਡ ਰੱਖਣ ਦਾ ਪ੍ਰਬੰਧ ਹੀ ਨਹੀਂ ਹੈ, ਭਾਵੇਂ ਮੌਕੇ ਉੱਤੇ ਉਹਦੀ ਵੋਟ ਗੁਪਤ ਨਹੀਂ ਹੁੰਦੀ। ਇੱਕ ਗੱਲ ਹੋਰ ਕਰ ਲਵਾਂ, ਕੀ ਸੰਗਰੂਰ ਹਲਕੇ ਦੇ ਵੋਟਰਾਂ ਨੇ ਰਾਜ ਸਭਾ ਦੇ ਮੈਂਬਰ ਸਰਦਾਰ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੂੰ ਪੁੱਛ ਲਿਆ ਹੈ ਕਿ ਉਹ ਪਾਰਲੀਮੈਂਟ ਦੀ ਖੇਤੀਬਾੜੀ ਉੱਤੇ ਸਟੈਂਡਿੰਗ ਕਮੇਟੀ ਦੇ ਮੈਂਬਰ ਸਨ। ਉਹਨਾਂ ਨੇ ਇਸ ਨਵੀਂ ਕਾਨੂੰਨ ਸਾਜ਼ੀ ਵੇਲੇ ਕੀ ਰੋਲ ਨਿਭਾਇਆ? ਕਮੇਟੀ ਦੇ ਬਾਕੀ ਸਾਥੀਆਂ ਨੂੰ ਉਹਨਾਂ ਨੇ ਕਿਹੜੀਆਂ ਚਿੱਠੀਆਂ ਲਿਖੀਆਂ? ਉਹ ਕਿਰਪਾ ਸਹਿਤ ਫੇਸਬੁੱਕ ਤੇ ਪਾ ਦੇਣ। ਮੈਨੂੰ ਇਹ ਜਾਣਨ ਵਿੱਚ ਵੀ ਖਾਸੀ ਦਿਲਚਸਪੀ ਹੈ ਕਿ ਗੈਰ ਕਾਨੂੰਨੀ ਮਾਈਨਿੰਗ ਲਈ ਅਕਸਰ ਖਬਰਾਂ ਵਿੱਚ ਰਹਿੰਦੇ ਪੰਜਾਬ ਸੂਬੇ ਤੋਂ ਪਾਰਲੀਮੈਂਟ ਵਿੱਚ ਪਹੁੰਚੇ ਸਤਿਕਾਰਯੋਗ ਐਮਪੀ ਸਰਦਾਰ ਬਲਵਿੰਦਰ ਸਿੰਘ ਭੁੰਦੜ ਹੋਰਾਂ ਨੇ ਆਪਣੇ ਵੋਟਰਾਂ ਤੇ ਸਿਆਸੀ ਕਾਰਕੁਨਾਂ ਨਾਲ ਮਸਲੇ ਬਾਰੇ ਇਸ ਤੱਥ ਦੀ ਰੋਸ਼ਨੀ ਵਿੱਚ ਕਿੰਨੀਆਂ ਕੁ ਵਿਚਾਰ ਚਰਚਾਵਾਂ ਕੀਤੀਆਂ ਹਨ ਕਿ ਉਹ ਹੁਣ ਰਾਜ ਸਭਾ ਦੀ ਮਾਈਨਸ ਐਂਡ ਮਿਨਰਲਸ ਡਿਵੈਲਪਮੈਂਟ ਐਂਡ ਰੈਗੂਲੇਸ਼ਨ ਅਮੈਂਡਮੈਂਟ ਬਿੱਲ ਬਾਰੇ ਸਿਲੈਕਟ ਕਮੇਟੀ ਦੇ ਮੈਂਬਰ ਹਨ। ਵੈਸੇ ਸਾਡਾ ਤੁਹਾਡਾ ਐਮਪੀ ਕਿਸ ਸਟੈਂਡਿੰਗ ਕਮੇਟੀ ਜਾਂ ਸਿਲੈਕਟ ਕਮੇਟੀ ਦਾ ਮੈਂਬਰ ਹੈ? ਇਸ ਬਾਰੇ ਉਹਨੇ ਤੁਹਾਨੂੰ ਕਦੋਂ ਵਿਸ਼ਵਾਸ ਵਿੱਚ ਲਿਆ ਹੈ? ਕਮੇਟੀਆਂ ਇੰਨੀਆਂ ਤਾਕਤਵਰ ਅਤੇ ਪ੍ਰਭਾਵੀ ਕਿ ਸਰਕਾਰ ਸਾਰੀ ਵਿਰੋਧਤਾ ਦੇ ਬਾਵਜੂਦ ਇਹਨਾਂ ਨੂੰ 3 ਖੇਤੀ ਬਿੱਲ ਭੇਜਣ ਤੋਂ ਪਾਸਾ ਵੱਟਦੀ ਰਹੀ। ਪਰ ਵੋਟਰ ਕਿਉਂ ਨਹੀਂ ਜਾਣਦੇ ਕਿ ਐਮਪੀ ਸਾਹਿਬ ਕਿਸ ਕਮੇਟੀ 'ਚ ਹਨ? ਇੱਕ ਵਾਰੀ ਪਾਰਲੀਮੈਂਟ ਪਹੁੰਚ ਜਾਣ ਤਾਂ ਸਾਰਾ ਢਿੱਲ ਲੱਗਿਆ ਹੁੰਦਾ ਹੈ ਕਿਸੇ ਖਾਸ ਸਟੈਂਡਿੰਗ ਕਮੇਟੀ ਵਿੱਚ ਸ਼ਾਮਲ ਹੋਣ ਦਾ। ਆਖਰ ਭਾਈ ਧਨ ਕੁਬੇਰ ਤਾਂ ਉਦੋਂ ਹੀ ਮੱਥਾ ਟੇਕਦੇ ਹਨ ਜਦੋਂ ਤੁਹਾਡੇ ਕੋਲ ਉਹਨਾਂ ਦੇ ਮਾਫਿਕ ਬਿੱਲ ਵਿੱਚ ਫਾਨਾ ਫਸਾ ਦੇਣ ਦੀ ਸ਼ਕਤੀ ਤੇ ਅਧਿਕਾਰ ਹੋਵੇ। ਬਿਨਾਂ ਬਹੁਤੀ ਘੋਖ ਪੜਤਾਲ ਵਾਲੀ ਫੱਟੇ ਚੱਕ ਤੇ ਮਾਰਕੇਬਾਜ਼ੀ ਨੁਮਾ ਕਾਨੂੰਨ ਸਾਜ਼ੀ ਸਮੱਸਿਆ ਦੀ ਜੜ ਹੈ। ਕਿਸੇ ਦੇ ਰਾਜਨੀਤਿਕ ਏਜੰਡੇ ਵਿੱਚ ਫਿੱਟ ਬੈਠੇ ਤਾਂ ਰਾਤੋਂ ਰਾਤ 3 ਤਲਾਕ ਦੇ ਖਿਲਾਫ ਕਾਨੂੰਨ ਪਾਸ। ਗਊ ਦੇ ਨਾਮ ਉੱਤੇ ਸਮੂਹਕ ਹਿੰਸਾ ਅਤੇ ਕਤਲ ਹੋਣ ਤਾਂ ਸੁਪਰੀਮ ਕੋਰਟ ਝਟਪਟ ਸਪੈਸ਼ਲ ਫਾਸਟ ਟਰੈਕ ਅਦਾਲਤਾਂ ਬਣਾਵੇ। ਅਜਿਹੇ ਕਦਮਾਂ ਦਾ ਅਸਲ ਫਾਇਦਾ ਕਿੰਨਾ ਹੁੰਦਾ ਹੈ, ਜਾਂਚਣ ਪਰਖਣ ਦੀ ਵੇਲ ਕਿਹਨੂੰ? ਸਿਕਿਉਰਿਟੀ ਟਾਈਟ ਦਿਸਣੀ ਚਾਹੀਦੀ ਹੈ, ਭਾਵੇਂ ਸੜਕ ਕੰਢੇ 2 ਫਾਲਤੂ ਡਰਮ ਰੱਖੀ ਚੱਲੋ। ਰਾਜਾਂ ਦੀਆਂ ਵਿਧਾਨ ਸਭਾਵਾਂ ਵਿੱਚ ਵੀ ਇਹੋ ਜਿਹੇ ਸੁਧਾਰ ਜ਼ਰੂਰੀ ਹਨ। ਕਿਤੇ ਕਿਤੇ ਤਾਂ
ਤੇ ਸਾਡੇ ਇੱਥੇ ਪੰਜਾਬ ਵਿੱਚ ਵੀ ਸਰਕਾਰਾਂ ਬੇਸ਼ਰਮੀ ਨਾਲ ਕਹਿਣ ਲੱਗ ਪਈਆਂ ਹਨ ਕਿ ਜੀ ਇਜਲਾਸ ਛੋਟਾ ਇਸ ਲਈ ਹੈ ਕਿਉਂਕਿ ਨਾ ਕਾਨੂੰਨ ਸਾਜ਼ੀ ਦਾ ਕੋਈ ਕੰਮ ਹੀ ਨਹੀਂ ਬਚਿਆ। ਇਹੋ ਜਿਹੇ ਨੇਤਾਵਾਂ ਨੂੰ ਡੁੱਬ ਮਰਨ ਦੀ ਸਲਾਹ ਦੇਣੀ ਵਾਜਬ ਹੈ, ਪਰ ਘਟੀਆ ਕਾਨੂੰਨ ਸਾਜ਼ੀ ਨੂੰ ਮੁੱਢੋਂ ਰੋਕਣਾ ਜ਼ਰੂਰੀ ਹੈ। ਹਰ ਪ੍ਰਸਤਾਵਿਤ ਕਾਨੂੰਨ ਦਾ ਖਰੜਾ ਜਨਤਕ ਪਿੜ ਵਿੱਚ ਰੱਖਿਆ ਜਾਵੇ, ਇਸ ਉੱਤੇ ਖੁੱਲ੍ਹਾ ਵਿਚਾਰ ਵਟਾਂਦਰਾ ਹੋਵੇ। ਹਰ ਪ੍ਰਸਤਾਵਿਤ ਕਾਨੂੰਨ ਸੰਸਦੀ ਕਮੇਟੀਆਂ ਘੋਖਣ, ਇਸ ਬਾਰੇ ਕਾਨੂੰਨ ਬਣੇ। ਇਹ ਕਿਸੇ ਚੇਅਰਮੈਨ ਦੀ ਜਾਂ ਸਰਕਾਰ ਦੀ ਜਾਂ ਮੰਤਰੀ ਦੀ ਡਿਸਕ੍ਰਿਸ਼ਨ ਤੇ ਨਹੀਂ ਹੋਣਾ ਚਾਹੀਦਾ। ਹਰ ਕਾਨੂੰਨ ਦੀ ਇੰਪੈਕਟ ਅਸੈਸਮੈਂਟ ਰਿਪੋਰਟ ਸ਼ਾਇਆ ਕੀਤੀ ਜਾਵੇ। ਕਿਉਂ ਕਾਨੂੰਨ ਕਾਰਗਰ ਸਿੱਧ ਨਹੀਂ ਹੋਇਆ, ਇਹ ਵੀ ਘੋਖਿਆ ਜਾਵੇ। ਕਾਨੂੰਨ ਘਾੜਿਆਂ ਦੀ ਅਤੇ ਅਫਸਰਸ਼ਾਹੀ ਦੀ ਜਵਾਬ ਤਲਬੀ ਦਾ ਵੀ ਬੰਦੋਬਸਤ ਹੋਵੇ। ਜਨ ਸੁਣਵਾਈਆਂ ਦੀ ਪਿਰਤ ਨੂੰ ਕਾਨੂੰਨੀ ਜਾਮਾ ਮਿਲੇ। ਯੂਨੀਵਰਸਿਟੀਆਂ ਦੇ ਪਾੜੇ ਰਾਜਸੀ ਵਿਸ਼ਲੇਸ਼ਕ ਜਾਂ ਬੁੱਧੀਜੀਵੀ ਹੀ ਨਹੀਂ, ਪਿੰਡ ਦੀ ਪਾਰਲੀਮੈਂਟ, ਗ੍ਰਾਮ ਸਭਾਵਾਂ ਦੀ ਵਡੇਰੀ ਪਾਰਲੀਮੈਂਟ 'ਚ ਹੋ ਰਹੀ ਕਾਨੂੰਨ ਸਾਜ਼ੀ ਦੇ ਉੱਤੇ ਨਜ਼ਰ ਬਣਾ ਕੇ ਰੱਖਣੀ ਵੀ ਜ਼ਰੂਰੀ ਹੈ। ਜੇ ਅੱਜ ਅਜਿਹਾ ਨਹੀਂ ਕੀਤਾ ਤਾਂ ਹਰ ਵਾਰੀ ਘਟੀਆ ਕਾਨੂੰਨ ਸਾਜ਼ੀ ਖਿਲਾਫ ਸਿੰਘੂ ਟਿਕਰੀ ਬਾਰਡਰ ਤੇ ਰਾਤਾਂ ਗੁਜ਼ਾਰਨੀਆਂ ਪੈਣਗੀਆਂ। ਹੁਣ ਜੇ ਯੂਨੀਵਰਸਿਟੀਆਂ ਬਾਰੇ ਜਾਂ ਪ੍ਰੋਫੈਸਰਾਂ ਬਾਰੇ ਸਰਕਾਰ ਕੋਈ ਕਾਨੂੰਨ ਬਣਾ ਦੇਵੇ ਤਾਂ ਇਹ ਜਾ ਕੇ ਕਿਵੇਂ ਬਾਰਡਰ ਰੋਕ ਲੈਣਗੇ। ਧਰਤੀ ਦੇ ਧੀਆਂ ਪੁੱਤਰਾਂ ਕੋਲ ਤਾਂ ਟਰੈਕਟਰ ਟਰਾਲੀਆਂ ਸਨ, ਬਾਕੀ ਬਹੁਤਿਆਂ ਕੋਲੋਂ ਤਾਂ ਕੰਡੇਦਾਰ ਤਾਰਾਂ ਨਹੀਂ ਟੱਪ ਹੋਣੀਆਂ। ਕਿੱਥੇ ਬੈਰੀਕੇਡਾਂ ਪੱਟਦੇ ਫਿਰਾਂਗੇ।